बरगाड़ी ਅਤੇ ਕੋਟਕਪੁਰਾ ਮਾਮਲੇ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਰੱਖੀ ਪ੍ਰੈਸ ਕਾਨਫਰੰਸ। ਐਸਆਈਟੀ ਦੀ ਰਿਪੋਰਟ ਖਾਰਿਜ ਕਰਨ ਤੇ ਨਾਰਾਜ਼ ਨਜ਼ਰ ਆਏ ਨਵਜੋਤ ਸਿੱਧੂ। ਖੜੇ ਕੀਤੇ ਸਰਕਾਰ ਦੇ ਵਕਾਰ ਖਿਲਾਫ ਵੱਡੇ ਸਵਾਲ। ਦੋਸ਼ੀਆਂ ਨੂੰ ਸਜ਼ਾਵਾਂ ਅਤੇ ਪਰਿਵਾਰ ਨੂੰ ਇਨਸਾਫ ਦੇਣ ਦੀ ਕੀਤੀ ਮੰਗ। भाई 2017 ਦੇ ਵਿੱਚ ਦੋ ਵੱਡੇ ਮੁੱਦਿਆਂ ਦੇ ਉੱਤੇ ਇੱਕ ਸਰਕਾਰ ਲਾਹੀ ਗਈ ਸੀ ਤੇ ਦੂਜੀ ਸਰਕਾਰ ਬਣਾਈ ਗਈ ਸੀ। ਉਹ ਦੋ ਵੱਡੇ ਮੁੱਦੇ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ ਤੇ ਦੂਜਾ चिट्टा वेचण वालियां नूं जिन्हां साडी जवानी ते कलंक लाया उन्हां नूं सज़ा याफ्ता करना। अज भी जे तुसीं गल पुछना होवे ना ते उन्हां तों पुछो जिन्हां नाल बेइंसाफी होई है। पंजाब दे लोग अज भी गुरु दे बेअदबी दे इंसाफ नूं उड़ीकदे ते जे सच पुछो मैं हमेशा सच दे पैरा दिता ते जे सच पुछो उम्मीद छड्डी बैठे 6 साल। अज भी आस नाल जिन्हां मुद्दिआं ते सरकार बनाई सी पंजाब दे लोगों ने वो सवाल बने खड़े साडे मोहरे वो सवाल ने और लोग ठगे महसूस करते हैं क्योंकि उन्होंने सवालों दे और पीढ़ी उस कगार ते खड़ी करती भी लोग कहेंगे डुब गए डुब गए। उन्होंने सज़ा याफ्ता करने लई सरकार बनी। STF की स्थापना हुई, एक ईमानदार अफसर नूं बाहरों बुलाया गया, लोग उहदे नाल जोड़े गए, अफसर जोड़े गए, करोड़ों रुपए खर्चे गए, लॉ एक्शन चली लखां घर बर्बाद हो गए। कि यह मुद्दा इन्ना अहम नहीं कि तुसी उस रिपोर्ट नूं पढ़ सको, रिपोर्ट उत्ते एक्शन ले सको। कि यह गल कोई मन लू, ये किहनूं हजम हो जू कि जी पढ़ी नहीं। जदों एडवोकेट जनरल को चली गई उन्हें अगे सरकार को भेजती, मननयोग है। सरकार अजे तक उस रिपोर्ट ते बैठी है। मैं पूछना चाहना क्यों, वाई, कोई कारण दसो। इसे करके कहना भी सार्वजनिक करो, लोगों की अदालत पेश करो, लोगों सामने तत्थ आउण। फिर तुसी अफसर लाता, उन्होंने ओहदा मुक्त करता, कि इनाम दिता, इनाम मिलिया उन्होंने या वरत के सुटता। चलो जी, STF की रिपोर्ट नहीं पढ़नी, फिर तुसी भोले की आवाज सुन लो। नहीं सुननी जी, नहीं पढ़नी जी, नहीं पढ़नी, नहीं पढ़ना। फिर तुसी भोले की आवाज सुन लो ਜਿਹੜਾ ਕਹਿੰਦਾ ਜੀ ਮੈਨੂੰ ਫਲਾਣੇ ਫਲਾਣੇ ਨੇ ਇਹ ਕਰਨ ਲਾਇਆ
ਇਹ 'ਚ ਮੈਂ ਕੁਝ ਨਹੀਂ ਬਾਜੀ, ਵੱਡਾ ਆਕਾ ਤੇ ਉਹ ਸੀ। ਇਹ ਉਹ ਕਹਿੰਦਾ ਫਿਰ ਤੁਸੀਂ ਉਹਨੂੰ ਅੰਦਰ ਦੇ ਰੱਖਿਆ। ਕਹਿਣ ਦੀ ਲੋੜ ਹੈ ਕੁਛ? ਭਾਈ ਜੇ ਤੁਸੀਂ ਭੋਲੇ ਦੀ ਨਹੀਂ ਸੁਣਨੀ ਤੇ ਬਿੱਟੂ ਔਲਖ ਦੀ ਸਟੇਟਮੈਂਟ ਸੁਣ ਲਓ ਭਾਈ। ਉਹ ਕੀ ਕਹਿੰਦਾ? ਉਹ ਵੀ ਤੇ ਇਹੀ ਕਹਿੰਦਾ। ਉਹ ਕਹਿੰਦਾ ਇਹਦੇ ਛੋਟੇ ਆ, ਐਵੇਂ ਹੀ ਬਹੁਤ ਥੱਲੜੇ ਲੈਵਲ ਤੇ ਆ। ਜਦੋਂ ਉੱਤੇ ਜਾ ਕੇ ਤੇ ਵੇਖੋ ਵੀ ਕਿਹਦੀ ਹਦਾਇਤ ਤੇ ਕੰਮ ਕਰਦੇ। ਫਿਰ ਤੁਸੀਂ ਰਿਪੋਰਟ ਪੜ੍ਹ ਕੇ ਵੇਖੋ, ਤੁਹਾਨੂੰ ਸਾਰਾ ਕੁਝ ਪੋਤੜੇ ਜਾਣਗੇ ਖੁੱਲ। ਤੁਸੀਂ ਸੱਚ ਨੂੰ ਕਿਉਂ ਨਹੀਂ ਸੁਣਨਾ ਚਾਹੁੰਦੇ? ਤੁਸੀਂ ਰਿਪੋਰਟ ਨੂੰ ਕਿਉਂ ਨਹੀਂ ਦੇਖਣਾ ਚਾਹੁੰਦੇ? ਤਾਂ ਹੀ ਲੋਕਾਂ ਦਾ ਵਿਸ਼ਵਾਸ ਥੋਤੋਂ ਉੱਠਿਆ। ਹੁਣ ਆਉਣਾ ਮੈਂ ਪੰਜਾਬ ਦੇ ਇਨਸਾਫ ਦੇ ਸਭ ਤੋਂ ਅਹਿਮ ਮੁੱਦੇ ਦੇ ਉੱਤੇ, ਜੋ ਪੰਜਾਬ ਦੀ ਰੂਹ ਦੇ ਉੱਤੇ ਵਾਰ ਸੀ, ਆਤਮਾ ਤੇ ਆਗਾਜ਼ ਸੀ। ਗੁਰੂ ਸਾਹਿਬ ਦੀ ਬੇਅਦਬੀ ਦਾ ਮੁੱਦਾ ਕਦੇ ਨਾ ਭਰਨ ਵਾਲਾ, ਅਜੇ ਵੀ ਰਸਣ ਵਾਲਾ ਨਾਸੂਰ ਸਰਕਾਰ ਨੇ ਇਨਕੁਆਇਰੀ ਕਮਿਸ਼ਨ ਬਣਾਇਆ ਬਾਈ। ਕਮਿਸ਼ਨ ਦੇ ਮੁਖੀ ਜਸਟਿਸ ਰਣਜੀਤ ਸਿੰਘ ਨਿਯੁਕਤ ਕੀਤੇ, ਰਿਟਾਇਰ। ਪੜਤਾਲ ਕਰਕੇ ਪ੍ਰਾਈਮਾ ਫਸ਼ਾਈ ਐਵੀਡੈਂਸ ਸਾਰੇ ਪੰਜਾਬੀਆਂ ਨੂੰ ਸਮਝਾ ਦਿਆਂ, ਜਿਹੜਾ ਦਿਖਦਾ ਉਹ ਸਬੂਤ। ਦੋਸ਼ੀਆਂ ਦੇ ਨਾਮ ਸਾਰਵਜਨਿਕ ਕਰਕੇ ਕਿਹਾ ਕਿ ਇਹਨਾਂ ਦੇ ਉੱਤੇ ਕੌਗਨਿਜ਼ੇਬਲ ਅਫੈਂਸ ਬਣਦਾ। ਕੌਗਨਿਜ਼ੇਬਲ, ਮੈਂ ਇੱਕ ਵਕੀਲ ਹਾਂ। ਕੌਗਨਿਜ਼ੇਬਲ ਅਫੈਂਸ ਉਹਦਾ ਮਤਲਬ ਕਿ ਬਹੁਤ ਸੀਰੀਅਸ ਕਿਸਮ ਦਾ ਦੋਸ਼ ਲੱਗਦਾ ਹੈ। ਸਮਝਾਉਂ, ਬਹੁਤ ਸੀਰੀਅਸ ਕਿਸਮ ਦਾ ਦੋਸ਼ ਲੱਗਦਾ ਵੀ ਦੋ ਬੰਦੇ ਮਰ ਗਏ ਤੇ ਕਾਸਿਆਂ ਦੇ ਚਾਰਾਂ ਪੰਜਾਂ ਦੇ ਗੋਲੀ ਵੱਜੀ ਹੈ। ਇਹ ਅਫੈਂਸ ਬਣਦਾ। ਪੰਜਾਬ ਵਿਧਾਨ ਸਭਾ ਦੇ ਵਿੱਚ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਬਾਈ ਜੀ। ਰਿਪੋਰਟ ਟੇਬਲ ਕੀਤੀ ਗਈ, ਸਾਰਵਜਨਿਕ ਹੋ ਗਈ। ਜਿਹੜੀ ਟੇਬਲ ਹੋ ਗਈ ਲੋਕਾਂ ਦੇ ਨੁਮਾਇੰਦਿਆਂ ਚ ਆ ਗਈ। 2-2 ਲੱਖ ਦਾ ਇੱਕ ਬੰਦਾ ਨੁਮਾਇੰਦਾ ਹੈ, ਉਹ ਸਾਰਵਜਨਿਕ ਹੋ ਗਈ। ਰਿਪੋਰਟ ਪਬਲਿਕ ਕਰਤੀ। ਜਿਨ੍ਹਾਂ ਤੇ ਦੋਸ਼ ਲੱਗੇ ਸੀ ਉਹ ਤੇ ਮੈਦਾਨ ਛੱਡ ਕੇ ਭੱਜ ਗਏ, ਵਿਧਾਨ ਸਭਾ ਚੋਂ ਹੀ ਭੱਜ ਗਏ। ਤੁਹਾਨੂੰ ਪਤਾ, ਪਰ ਸਾਰੀ ਦੁਨੀਆ ਨੇ ਦੇਖਿਆ, ਲਾਈਵ ਚੱਲਿਆ ਉਹ, ਸਾਰੀ ਦੁਨੀਆ ਨੇ ਦੇਖਿਆ ਮੇਰੇ ਜਗਤ ਗੁਰੂ, ਦੁਨੀਆ ਦੇ ਗੁਰੂ, ਸ੍ਰਿਸ਼ਟੀ ਦੇ ਮਾਲਕ ਦੇ ਬਾਰੇ 100 ਐਮਐਲਏ ਨੇ ਕੀ ਕਿਹਾ। ਇਕੱਠੇ ਹੋ ਕੇ, ਇਕਮੁੱਠ ਇਕਜੁੱਟ ਹੋ ਕੇ ਕੀ ਕਿਹਾ। ਨਾਮ ਲੈ ਕੇ ਪੁਲਿਸ ਵਾਲਿਆਂ ਦੇ ਸਾਜ਼ਿਸ਼ ਬੇਨਕਾਬ ਕੀਤੀ ਔਰ ਕਿਹਾ ਕਾਰਵਾਈ ਕਰੋ। ਰੈਜ਼ੋਲੂਸ਼ਨ ਪਿਆ, ਕੋਈ ਸ਼ੱਕ? ਰੈਜ਼ੋਲੂਸ਼ਨ पे। फिर मैं पूछता उस तो बाद इन्वेस्टिगेशन एजेंसी कौन है भाई? कौन है इन्वेस्टिगेशन एजेंसी? ये स्टेट सब्जेक्ट है। इन्वेस्टिगेशन एजेंसी स्टेट है, पंजाब सरकार है। पंजाब दे लोकां नूं कोई समझा दे, कोई, मैं कहना कोई समझा दे
ਕਿ FIR ਦੇ ਵਿੱਚ ਕਿਸੇ ਦਾ ਨਾਮ ਕਿਉਂ ਨਹੀਂ? FIR ਅਣਪਛਾਤਿਆਂ ਤੇ ਕਿਉਂ? ਗੋਲੀ ਕਾਂਡ ਦੇ ਵਿੱਚ ਪੁਲਿਸ ਵਾਲੇ ਕੌਣ ਸੀ? ਬਾਈ ਜੀ ਚੁੱਪ। ਗੋਲੀ ਕਾਂਡ 'ਚ ਪੁਲਿਸ ਵਾਲੇ ਕੌਣ ਸੀ? ਹੁਕਮ ਦੇਣ ਵਾਲੇ ਕੌਣ ਸੀ? ਨਿੱਕੇ ਨਿਆਣਿਆਂ ਨੂੰ ਵੀ ਪਤਾ ਨਹੀਂ? ਪਤਾ? ਚੁਣੇ ਨੁਮਾਇੰਦਿਆਂ ਨੂੰ ਪਤਾ ਹੈ, ਪੰਜਾਬ ਦੇ ਲੋਕਾਂ ਨੂੰ ਪਤਾ ਹੈ। ਕਿਉਂ? ਕਿਉਂਕਿ ਕਮਿਸ਼ਨ ਨੇ ਪ੍ਰਾਈਮਾ ਫਸਾਈ ਐਵੀਡੈਂਸ ਦਿੱਤਾ ਔਰ ਕਹਿਤਾ ਕਿ ਕੌਗਨਿਜ਼ੇਬਲ ਅਫੈਂਸ ਬਣਦਾ ਹੈ ਤੇ ਗੁਨਾਹਗਾਰਾਂ ਦੇ ਨਾਮ ਦਿੱਤੇ ਹੈ। और की है? करो कार्रवाई। जदों जुर्म आइडेंटिफाई हो गया, जुर्म करने वाले आइडेंटिफाई हो गए, फिर जुर्म करने वालियां दे ना क्यों नहीं दिंदे भाई? ਤੁਸੀਂ ਚਾਰਜਸ਼ੀਟ ਕਿਉਂ ਨਹੀਂ ਦਿੱਤੀ? ਮੈਂ ਕਿਹਾ ਅੱਜ ਘਰ ਕੋਈ ਚੀਜ਼ ਕਰੋ, ਦੇਖੋ ਟੱਕ ਦੇਣੇ ਕਾਬਲ ਪੁਲਿਸ ਹੈ। ਮੈਂ ਉੱਥੇ ਵਿਧਾਨ ਸਭਾ ਦੇ ਵਿੱਚ ਵੀ ਇਹ ਜਿਹੜੀ ਚੇਨ ਆਫ ਕਮਾਂਡ ਹੈ, ਹਾਇਰਕੀ, ਸਭ ਤੋਂ ਉੱਤੇ ਕੌਣ ਹੁੰਦਾ ਹੈ ਤੇ ਫਿਰ ਇੱਕ चेन ऑफ कमांड होंगी है। मैं जिथे सिरा लगता है, जिथे गल मुकदी है, सुन लियो, और ऊपर इंस्पैक्टर और ऊपर, IG कहना और ऊपर ते और ऊपर। फिर मैं उस कमांड सेंटर का आखिरी कड़ी जोड़ी सी DGP ते चीफ मिनिस्टर प्रकाश सिंह बादल साहब की गलबात रात को 2:30 बजे 2 फोन। कोई शक रह गया? कोई शक रह गया? फिर थोड़ी FIR दे विच किसी पोलिटिकल बंदे दे उत्ते चार्जशीट क्यों नहीं पाई? मैं बड़ा सब्र नाल देखिया, जब तक एंड तक पहुंची नहीं गल तब तक मैं बोलिया नहीं। तो मैं मकसद नाल गया सी उत्थे गुरुद्वारा गुरजवार सिंह साहब, वो कड़ी का पहला हिस्सा सी, अज दूजा जोड़दा चलिया जाऊँ। और मैं कह के पहली लाइन बोली सी, मैं सारी साजिश बेनकाब कर दूँ। भाई जी सारिਆਂ ਤੋਂ ਵੱਡਾ सवाल पंजाब ਦੇ सामने की है कि वो डिसीजन मेकर का नाम कित्थे है? ਉਹਦਾ नाम क्यों नहीं? क्योंकि ਜਦੋਂ ਤੁਸੀਂ ਅਣਪਛਾਤਿਆਂ ਦੇ ਉੱਤੇ FIR ਦਿੰਦੇ ਹੋ, ਕਿਸੇ ਵੀ ਕਾਨੂੰਨਕਾਰ ਨੂੰ ਪੁੱਛ ਲਓ, ਮੇਰੇ ਫਾਦਰ ਤੇ ਐਡਵੋਕੇਟ ਜਨਰਲ ਰਹੇ, ਸਰਦਾਰ ਦਰਬਾਰਾ ਸਿੰਘ ਦੀ ਮਿਨਿਸਟਰੀ 'ਚ ਐਡਵੋਕੇਟ ਜਨਰਲ ਸੀ ਉਹ। ਕਿਸੇ ਕਾਨੂੰਨਕਾਰ ਨੂੰ ਪੁੱਛ ਲਓ ਕਿ ਜਦੋਂ ਤੁਸੀਂ ਮੁਜਰਮ ਨੂੰ ਪ੍ਰੋਟੈਕਸ਼ਨ ਦੇਣੀ ਹੁੰਦੀ ਹੈ, ਜਦੋਂ ਉਹਦੇ ਤੇ ਸੁਰੱਖਿਆ ਕਵਚ ਪਾਉਣਾ ਹੁੰਦਾ ਤੇ ਤੁਸੀਂ ਉਹਦਾ ਨਾਮ ਨਹੀਂ ਦਿੰਦੇ FIR 'ਚ, ਅਣਪਛਾਤਿਆਂ ਦੇ ਪਾ ਦਿੰਦੇ। ਉਹਦੇ ਕਾਰਨ ਇਹ ਨੇ, ਸਾਰਾ ਪੰਜਾਬ ਸੁਣੇ, ਇਹ ਮਾਮਲਾ ਮੇਰੇ ਗੁਰੂ ਦਾ ਹੈ ਔਰ ਮੇਰੇ ਵਰਗੇ ਖਰਬਾਂ ਦਾ। ਕੋਈ ਨਫੇ ਨੁਕਸਾਨ ਨਹੀਂ ਇੱਥੇ। ਜਦੋਂ ਤੁਸੀਂ ਅਣਪਛਾਤਿਆਂ ਤੇ ਦਿੰਦੇ ਹੋ, ਅਰੈਸਟ ਨਹੀਂ ਪੈਂਦੀ। ਤੇ ਜਦੋਂ ਤੁਸੀਂ ਕੋਕ ਕਰਕੇ ਪ੍ਰਾਈਮਾ ਫਸਾਈ ਐਵੀਡੈਂਸ ਲੈ ਕੇ ਤੁਸੀਂ FIR 'ਚ ਨਾਮ ਪਾਉਂਦੇ ਹੋ
ਤੇ ਫਿਰ ਜਦੋਂ ਕੌਗਨੀਜ਼ੇਬਲ ਅਫੈਂਸ ਬਣਦਾ ਜੀ ਤੇ 7 ਸਾਲ ਤੋਂ ਉੱਤੇ ਦੀ ਕੈਦ ਹੈ, ਅਰੈਸਟ ਪੈਂਦੀ ਹੈ, ਠਾਂ ਕਰਦੀ, ਕਾਰਵਾਈ ਅੰਜਾਮ ਤੱਕ ਪਹੁੰਚਦੀ ਹੈ। ਇੱਥੇ ਸਾਰੀ ਤੁਹਾਡੀ ਦੇਖੋ ਕਾਨੂੰਨ ਚੱਲਦਾ ਹੈ ਇੰਟੈਂਸ਼ਨ ਤੇ, ਕਾਨੂੰਨ ਚੱਲਦਾ ਮੋਟਿਵ ਤੇ। ਇਹ ਕੀ ਇੰਟੈਂਟ ਸੀ ਭਾਈ? ਮੈਂ ਵਕੀਲਾਂ ਤੇ ਵੀ ਆਉਂ, ਇੰਟੈਂਟ ਸੀ ਕਿ ਤੁਸੀਂ ਕੇਸ ਦੀ ਬੁਨਿਆਦ ਧਰੀ ਹੋਈ ਨਹੀਂ। ਜਾਓ ਕਿਸੇ ਵਕੀਲ ਨੂੰ ਪੁੱਛ ਲਓ ਵੀ ਕਿਸੇ ਕੇਸ ਦੀ ਬੁਨਿਆਦ ਕੀ ਹੁੰਦੀ ਹੈ, ਉਹ ਕਹੇਗਾ ਕਿ ਬੁਨਿਆਦ ਫਸਟ ਇਨਫੋਰਮੇਸ਼ਨ ਰਿਪੋਰਟ ਹੈ, FIR। ਤੁਸੀਂ ਬੁਨਿਆਦ ਹੀ ਨਹੀਂ ਰੱਖੀ, ਤੁਸੀਂ ਹਵਾ 'ਚ ਹੀ ਰੱਖਿਆ ਸਭ ਕੁਝ। ਵੀ ਕਿਸੇ ਦੇ ਘਨੇੜੇ ਚਲਾਤੀ, ਕਦੇ ਬੰਦੂਕ, ਕਦੇ ਕਿਸੇ ਦੇ ਲਮਕਾ ਦਿਓ। ਭਾਜੀ ਮੇਰੀ ਲੜਾਈ ਅੱਜ ਵੀ ਸਿਸਟਮ ਨਾਲ ਹੈ ਜਿਹੜਾ ਸਾਨੂੰ ਫੇਲ ਕਰ ਰਿਹਾ। ਜੇ ਨਿੱਜੀ ਹੁੰਦੀ ਤੇ ਗੱਲ ਹੀ ਕਾਹਦੀ ਸੀ? ਇਹ ਸਿਸਟਮ ਹੈ, ਉਹ ਇਹ ਫੇਲੀਅਰ ਦਾ ਪ੍ਰਤੀਕ ਹੈ। ਇਹ ਸਾਫ਼ ਦਰਸਾਉਂਦਾ ਕਿ ਤੁਹਾਡੀ ਇੰਟੈਂਟ ਕੀ ਹੈ। इंटेंट, मनसूबा, मनशा, सारा समझाऊं। फिर भाई जी जदों बुनियाद ही है नहीं, नाम ही है नहीं, फिर लै आओ किड्डे तो किड्डा वड्डा वकील, वो की कर लू वो की कर लू? बगैर बुनियाद किवें खड़ी करोगे? इमारत ढहजू। पर फिर भी पंजाब सरकार, चलो सरकार, भाई जी सरकार, सरकार जिहदे वकार ते सवाल, सरकार दा वकार, ਉਹਦੀ इंटेंट नाल, लुका छिपी नाल नहीं, लुका छिपी खेले जाओ ना, हुण नहीं हो चलना, हुण ते इंटेंट है। थोड़े मुकदमियां दे विच मुकुल रोहतगी, चिदंबरम साहब, नामी ग्रामी है जी, दुष्यंत दवे साहब दावा पेश करते रहे, दावा दवे, ते गुरु साहब आदि अनंत, जिन्हां तो वड्डी अहमियत पंजाब जिउंदा ही उन्हां दे नाम ते उन्हां दे केस दे विच एडवोकेट जनरल पेश नहीं हुंदा। चलो बड़े वकीलों ने तो गल ही छड्डी कहने की लोड़ है कुछ है जी कि इन्वेस्टिगेशन एजेंसी को पता नहीं सी भी FIR किवें हो रही है। भाई जी 2015 च ले लो, 2015 ते भी FIR अणपछातियां दे नाल जे ना पाए तो जिन्हां ते तशद्दद हुई उन्हां 14 बंदियां दे पाते, पंथप्रीत होनी नाले खदेड़े हो तुसीं उन्हां नूं, वाहिगुरू वाहिगुरू करदिआं नूं, गुरु दे इंसाफ मंगदिआं नूं, नाले उन्हां दे गोलियां भराओ, नाले उन्हां ते FIR पाओ। जे तुसीं FIR पाने हो, क्रॉस FIR पैंदी है तो दोने पासे पैंदी है। तशद्दद करन वालिआं ते पुलिस वालिआं ते जुर्म करन वालिआं ते कोई FIR नहीं अणपछाते, जिन्हां दे हो रही है उन्हां दे नाम लैके उन्हां ते FIR। क्यों भाई? रोटी में चोची कहने असीं सबर किया पूरा, कोई ये ना कहे भी मौका नहीं मिले। पर भाई जी मैं सिट दी रिपोर्ट सार्वजनिक करन नूं क्यों कहना, मैं STF दी रिपोर्ट सार्वजनिक करन नूं क्यों कहना? क्योंकि जस्टिस रणजीत सिंह दी जदों
ਰਿਪੋਰਟ ਸਾਰਵਜਨਿਕ ਹੋਈ, ਮੈਂ ਉੱਥੇ ਪਹਿਲਾ ਬੰਦਾ ਜਿਹਨੇ ਜਾ ਕੇ ਕਿਹਾ ਹੈ ਸੱਚ ਸਾਹਮਣੇ ਆਊ, ਇੰਟੈਂਟ ਸਾਹਮਣੇ ਆਊ, ਮੋਟਿਵ ਸਾਹਮਣੇ ਆਊ, ਮਨਸ਼ਾ ਮਨਸੂਬਾ ਸਭ ਸਾਹਮਣੇ ਆਊ ਪੰਜਾਬ ਦੇ ਲੋਕਾਂ ਦੇ। ਤੇ ਫੈਸਲਾ ਕਰਨ ਵਾਲਾ ਕੌਣ ਹੈ? ਭਾਈ ਗੁਰੂ ਦੀ ਅਦਾਲਤ ਕਿੱਥੇ ਹੈ? ਮੈਂ ਤੇ ਉਸ ਅਦਾਲਤ ਨੂੰ ਜਵਾਬ ਦਈ ਹਾਂ, ਆਤਮਾ ਦੀ ਅਦਾਲਤ ਖੜ ਕੇ ਗੱਲ ਕਰਨਾ। ਉਹ ਅਦਾਲਤ ਲੋਕਾਂ ਦੀ ਹੈ ਭਾਈ ਜੀ, ਲੋਕ ਫੈਸਲਾ ਕਰ ਰਹੇ ਹੈ, ਦੇਖ ਲਓ ਕਰ ਰਹੇ। ਕਿਸੇ ਪੋਲੀਟੀਸ਼ੀਅਨ ਦੇ ਵਾਸਤੇ ਇਸ ਤੋਂ ਵੱਡੀ ਸਜ਼ਾ ਹੈ ਕਿ ਉਹ ਘਰੋਂ ਬਾਹਰ ਨਾ ਨਿਕਲ ਸਕੇ, ਕੰਧਾਂ ਟੱਪ ਕੇ ਭੱਜੇ, ਗੁਰੂ ਘਰ ਜਾਵੇ ਔਰ ਗੁਰੂ ਘਰ 'ਚ 30-40 ਹਜ਼ਾਰ ਦੀ ਸੰਗਤ ਕਹੇ ਮੁਰਦਾਬਾਦ। ਨਿੱਕੇ ਬੱਚੇ, ਮਾਤਾਵਾਂ, ਮੇਰੀਆਂ ਭੈਣਾਂ, ਤੇ ਮੈਂ ਅੱਜ ਠੋਕ ਕੇ ਕਹਿਣਾ ਉਸ ਗੁਰੂ ਦੀ ਵਫਾ ਨਾਲ ਕਹਿਣਾ, ਐਵੇਂ ਨਹੀਂ ਮੈਂ ਕਹਿੰਦਾ ਕੁੱਕਰ ਉਸ ਦਰ ਦਾ। ਕੁੱਕਰ 'ਚ ਵਫਾ ਹੁੰਦੀ ਹੈ ਮਿੱਤਰੋ, ਵਫਾ ਉਦੋਂ ਵੱਡੀ ਕੋਈ ਕੁਆਲਿਟੀ। ਮੈਂ ਕਹਿਣਾ ਕਿ ਨਾ ਉਹ ਲੱਭੇ, ਜਿਸ ਸਿਸਟਮ ਨੇ ਪਰਦੇ ਪਾਏ ਆ ਉਹਦਾ ਚਕਨਾਚੂਰ ਹੋਣਾ ਸੀ, ਇਸੇ ਕਰਕੇ ਇਹ ਹੋਇਆ। ਉਹ ਚਕਨਾਚੂਰ ਹੋਊਗਾ। ਔਰ ਜਿਹੜੇ ਕੱਪੜੇ ਵੀ ਪਾਉਂਦੇ ਆ ਲੱਭਣੇ ਉਹ ਵੀ ਨਹੀਂ। ਆ ਗਿਆ ਸਮਾਂ, ਆ ਗਿਆ ਸਮਾਂ ਬਾਜੀ। ਅਸੀਂ ਤੇ ਜ਼ਰਰੇ ਵੀ ਨਹੀਂ, ਬ੍ਰਹਮਾਂਡ ਦੇ ਮਾਲਿਕ, ਆਦਿ ਆਨੰਦ, ਸਾਡੀ ਤੇ ਜ਼ਰਰੇ ਦੀ ਬਾਤ ਨਹੀਂ ਨਾ। ਹਾਂਜੀ, ਮੈਂ ਸਿੱਟ ਦੇ ਉੱਤੇ ਤਦ ਕੋਈ ਟਿੱਪਣੀ ਕਰੂੰ ਜਦੋਂ ਸਿੱਟ ਦੀ ਰਿਪੋਰਟ ਮੇਰੇ ਕੋਲ ਹੋ। ਇਨਵੈਸਟੀਗੇਸ਼ਨ ਏਜੰਸੀ ਦੇ ਪਾਰਟ ਐਂਡ ਪਾਰਸਲ ਸਾਰੇ FIR ਕਰਾਉਣ ਵਾਲੇ। ਜਿੱਦਣ ਸਿੱਟ ਦੀ ਰਿਪੋਰਟ ਮੇਰੇ ਹੱਥ 'ਚ ਹੋਊ ਤੇ ਮੈਂ ਟਿੱਪਣੀ ਕਰੂੰ ਬਾਈ ਜੀ। ਮੈਂ ਕਿਤਾਬ ਦਾ ਕਵਰ ਦੇਖ ਕੇ ਉਹਦੇ ਬਾਰੇ ਅੰਦਾਜ਼ੇ ਨਹੀਂ ਲਾ ਸਕਦਾ। ਮੈਂ ਤੇ ਪੜੂ ਤੇ ਫਿਰ ਪਿਛਲੇ ਇੰਨਿਆਂ ਸਾਲਾਂ ਤੋਂ ਪੰਜਾਬ 'ਚ ਕਿੰਨੀਆਂ ਕੁ ਸਿੱਟਾਂ ਬਣ ਗਈਆਂ, ਕੀ ਸਿੱਟਾ ਨਿਕਲਿਆ, ਇਹ ਮੇਰਾ ਅਨੁਭਵ ਹੈ। ਉਹ ਕਿੰਨੀਆਂ ਸਿੱਟਾਂ ਬਣ ਗਈਆਂ, ਕੀ ਸਿੱਟਾ ਨਿਕਲਿਆ। ਪੰਜਾਬ ਦੇ ਵਿੱਚ ਸਿੱਟ ਦਾ ਮਤਲਬ ਹੈ ਸਿੱਟ ਡਾਊਨ, ਬਹਿ ਜਾਓ ਓਏ ਚੁੱਪ ਕਰਕੇ, ਇਹ ਮਤਲਬ ਹੈ ਸਿੱਟ ਦਾ। ਜਾਓ, ਸਿੱਧੂ ਕਹਿੰਦਾ ਗਲਤ ਪ੍ਰੂਫ। भाई जी गल तथ्यां दे आधार ते कीती, ना काहू से दोस्ती ना काहू से बैर। सिद्धू ने हमेशा मंगी पंजाब दी खैर, ते पंजाब दी रूह मेरा गुरु है जी तो सेध लेने ते आम बंदा पुछदा है कि जे असी ओहदे नाल नहीं खड़ सकदे, ਉਹਦੇ ਇਨਸਾਫ ਦੇ ਉੱਤੇ ਰਾਜਨੀਤੀ ਕਰਦੇ ਆ, ਤੇ ਅਸੀਂ ਕਿੱਥੇ ਖੜੇ ਬਾਈ ਜੀ, ਕਿੱਥੇ ਖੜੇ। I rest my case। सिद्धू साहब एक सवाल है ਤੁਹਾਨੂੰ, ਇਸ ਕੇਸ ਦੀ ਸਭ ਤੋਂ ਸਟਰੋਂਗ ਵਿਕਟ ਸੀ ਜਿਹੜੀ ਕੁੰਵਰ ਵਿਜੇ ਪ੍ਰਤਾਪ ਜਿਨ੍ਹਾਂ ਨੇ ਇਨਵੈਸਟੀਗੇਸ਼ਨ ਕੀਤੀ, 4-5 ਸਾਲ ਮਿਹਨਤ ਲਾਈ ਇਸ ਪੂਰੇ ਮਸਲੇ ਤੇ। ਅੱਜ ਗਵਰਨਰ ਹਾਊਸ ਤੱਕ ਖਬਰ ਆ ਰਹੀ ਹੈ, ਪਹੁੰਚ ਰਹੇ ਆ ਤੇ ਅਸਤੀਫਾ ਆਪਣਾ ਦੇ ਰਹੇ ਆ। ਇਸ ਤੋਂ ਪਹਿਲਾਂ CM ਨੂੰ ਭੇਜ ਚੁੱਕੇ ਨੇ, ਚੀਫ ਸੈਕਟਰੀ ਨੂੰ ਭੇਜ ਚੁੱਕੇ ਨੇ। ਤੁਹਾਨੂੰ ਲੱਗਦਾ ਕਿ ਉਹਨਾਂ ਦੇ ਅਸਤੀਫੇ ਦੇ ਨਾਲ ਕਿਤੇ ਨਾ ਕਿਤੇ ਕੈਪਟਨ ਸਰਕਾਰ ਤੇ ਅਵਿਸ਼ਵਾਸ ਜਿਹੜਾ ਪਹਿਲਾਂ ਤੋਂ ਹੀ ਲਗਾਤਾਰ ਖੜਾ ਹੋ ਰਿਹਾ, ਉਹ ਇੱਕ ਵਾਰ ਫਿਰ ਤੋਂ ਸਟਰੋਂਗ ਹੋ ਗਿਆ। ਬਾਈ ਜੀ ਸਰਕਾਰਾਂ ਕੀ ਹੁੰਦੀਆਂ ਗੁਰੂ ਅੱਗੇ, ਕੀ ਨੇ ਕੀ ਨੇ? ਮੈਂ ਕਿਹਾ ਮੈਂ ਤੁਹਾਨੂੰ ਪੁੱਛ ਰਿਹਾ ਨਾ, ਜਵਾਬ ਵੀ ਦੇ ਰਿਹਾ, ਕੀ ਨੇ ਭਾਈ? ਸਰਕਾਰਾਂ ਸਰਕੂਰਾਂ ਦਾ ਕੋਈ ਉਹ ਨਹੀਂ ਹੈ, ਇਹ ਤੇ ਗੁਰੂ ਦਾ ਮਾਮਲਾ ਹੈ। ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜੀਵੇ ਗੁਰਾਂ ਦੇ ਨਾਮ। ਦੇ ਮੈਨੂੰ STF ਦੀ ਰਿਪੋਰਟ ਦੇ, ਸਿੱਟ ਦੀ ਰਿਪੋਰਟ, ਤੇ ਗੱਲ ਫੇਰ ਕਰੀ। ਮੈਂ ਗੱਲ ਆਧਾਰ ਦੀ ਕਰਦਾ
ਆਧਾਰ ਦੇ ਪਹਿਲਾਂ ਮਿੱਤਰਾ, ਫਿਰ ਉੱਥੇ ਆਵਾਂ। ਸਰ ਇਹ ਤੇ ਕਾਰਵਾਈ ਕਰਨ ਲਈ ਤੁਸੀਂ ਕੀ ਚਾਰੋ ਜਿਵੇਂ ਕਰੋਗੇ ਵੀ ਕਾਰਵਾਈ ਦੇ ਯਕੀਨੀ ਭਾਈ ਜੀ ਇਦੋਂ ਵੱਧ ਹੁਣ ਕੀ ਕਹਦੇ, ਵਿਧਾਨ ਸਭਾ 'ਚ ਖੜ ਕੇ ਕਹਿ ਰਿਹਾ, ਠੀਕ ਹੈ ਜੀ। ਸੁਣ ਲਿਓ, ਔਰ ਉੱਪਰ ਹੋਰ ਦੇਖ ਲਓ ਕੀ ਕਿਹਾ, ਕੜੀ ਨਾਲ ਕਿੱਥੇ ਕਿੱਥੇ ਕੜੀ ਜੁੜੀ ਹੈ, ਦੇਖ ਲਓ ਕਿੱਥੇ ਹਰ ਚੀਜ਼ ਦੇ ਉੱਤੇ। ਠੀਕ ਹੈ, ਉਦੋਂ ਬਾਅਦ ਵੇਟ ਕੀਤਾ, ਠੀਕ ਹੈ, ਤੇ ਅੱਜ ਮੈਂ ਫੇਰ ਕਹਿਣਾ ਇਹ 'ਚ ਮੇਰੀ ਤੇਰੀ ਕੁਝ ਨਹੀਂ, ਇਹ 'ਚ ਸਰਕਾਰ ਕੁਝ ਨਹੀਂ ਮਿੱਤਰਾ, ਇਹ 'ਚ ਤੇ ਸਰਵੋੱਚ ਹੈ, ਸਭ ਤੋਂ ਉੱਚਾ। ਤੁਸੀਂ ਇਸ ਮਾਮਲੇ ਤੇ ਕੈਪਟਨ ਸਾਹਿਬ ਨਾਲ ਦੁਬਾਰਾ ਮੀਟਿੰਗ ਕਰ ਰਹੇ ਹੋ, ਚਰਚਾ ਹੋ ਰਹੀ ਹੈ। ਮਿੱਤਰ ਪਿਆਰੇ, ਲੋੜ ਹੈ, ਫਿਰ ਤੁਹਾਡਾ ਹੁਣ ਕੀ ਇੱਕ ਮਿੰਟ ਹੈ, ਇਹ ਸਾਰਾ ਕੁਝ ਸਾਹਮਣੇ ਨਹੀਂ। ਬਾਈ ਜੀ ਮੈਨੂੰ ਇੱਕ ਗੱਲ ਦੱਸ, ਐਫ ਆਈ ਆਰ ਮੈਂ ਦਿੱਤੀ ਹੈ? ਤਾਂ ਹੀ ਮੈਂ ਕਹਿ ਰਿਹਾ ਨਹੀਂ ਤੁਸੀਂ ਬਾਈ ਗੱਲ ਜੀ ਕਰੋਗੇ ਇਸ ਮਾਮਲੇ ਮੇਰੀ ਗੱਲ ਨੂੰ ਸੁਣ, ਤਾਂ ਇਨਵੈਸਟੀਗੇਸ਼ਨ ਏਜੰਸੀ ਨੇ ਐਫ ਆਈ ਆਰ ਦੇਤੀ, ਜੇ ਤੁਹਾਨੂੰ ਉਹ ਕੁਆਸ਼ ਕਾਹਦੇ ਤੇ ਹੋਈ ਹੈ, ਕੀ ਤੱਥ ਆਉਣਗੇ ਸਾਹਮਣੇ, ਉਹਦੇ ਤੇ ਗੱਲ ਕਰਾਂਗੇ। ਹੁਣ ਕਾਹਦੇ ਲਈ ਗੱਲ ਕਰਦੀ? ਸਿੱਧੂ ਸਾਹਿਬ ਜੇ ਤੁਹਾਨੂੰ ਲੱਗਦਾ, ਤੁਸੀਂ ਦੱਸ ਰਹੇ ਹੋ ਇੰਨਾ ਕੁਝ ਹੋ ਗਿਆ, ਤੁਹਾਨੂੰ ਲੱਗ ਰਿਹਾ, ਹੁਣ ਤੁਹਾਡਾ ਫੈਸਲਾ ਸਿਆਸੀ ਕੀ ਹੈ? ਭਾਈ ਜੀ ਮੇਰੀ ਗੱਲ ਨੂੰ ਸੁਣ ਲਓ, ਫੈਸਲੇ ਕਰਨ ਨਾਲ ਸਭ ਕੁਝ ਹੋ ਜਾਂਦਾ। ਮੇਰੀ ਗੱਲ ਸੁਣੋ, ਮੇਰਾ ਫੈਸਲਾ ਇਸ ਚੀਜ਼ ਨੂੰ ਕਿਵੇਂ ਇਫੈਕਟ ਕਰ ਦੂ? ਦੱਸ ਮੈਨੂੰ। ਇਹਦੇ ਚ ਮੇਰਾ ਇੱਕ ਮਿੰਟ, ਮੇਰੇ ਇਹਦੇ ਚ ਮੇਰੇ ਫੈਸਲੇ ਦਾ ਕੋਈ ਕੰਸਰਨ ਹੀ ਨਹੀਂ ਹੈ। ਆਪਾਂ ਮੁੱਦੇ ਦੀ ਗੱਲ ਕਰੀਏ, ਫਿਰ ਤੁਸੀਂ ਮੇਰੇ ਫੈਸਲੇ ਵੱਲ ਨੂੰ ਲੈ ਜਾਓਗੇ। ਪਰ ਇਹ ਫੈਸਲੇ ਵਾਲੀ ਗੱਲ ਹੀ ਨਹੀਂ ਇੱਥੇ ਛੋਟੇ ਵੀਰ, ਇਹ ਗੱਲ ਹੈਗੀ ਹੈ ਗੁਰੂ ਸਾਹਿਬ ਦੇ ਕੇਸ ਦੀ, ਇਹ ਗੱਲ ਹੈਗੀ ਹੈ ਡਰੱਗਸ ਦੇ ਕੇਸ ਦੀ, ਇਹ ਗੱਲ ਹੈਗੀ ਹੈ ਤੱਥਾਂ ਦੀ। ਇਹਦੇ 'ਚ ਮੇਰਾ ਫੈਸਲਾ ਕਿੱਥੋਂ ਇਨਵਾਇਰ? ਮੈਂ ਤਾਂ ਜ਼ਰਾ ਵੀ ਨਹੀਂ। ਅਸੀਂ ਵੀ ਤਾਂ ਹੀ ਕਹਿੰਦੇ ਆ ਵੀ ਜਿਨ੍ਹਾਂ ਲੋਕਾਂ ਦਾ ਤੁਸੀਂ ਨਾਲ ਰਹਿ ਰਹੇ ਹੋ, ਕਿਤੇ ਨਾ ਕਿਤੇ ਉਹ ਸਰਕਾਰ 'ਚ ਤੁਸੀਂ ਨਾਲ ਹੋ, ਕਿਸੇ ਤਰੀਕੇ ਨਾਲ ਬਾਈ ਤੁਸੀਂ ਜੀ, ਜੁੜੇ ਹੋਏ ਹੋ। ਬਾਈ ਜੀ ਦੇਖੋ ਇੱਕ ਮਿੰਟ ਬਾਈ ਜੀ, ਤੁਸੀਂ ਰੋਟੀ ਨੂੰ ਸੋਚੀ ਕਿ ਨਹੀਂ? ਤੁਸੀਂ ਇਹ ਯਾਰ ਇਹਦਾ ਸਿਆਣਾ ਹੋ ਗਿਆ। ਦੇਖ ਇਹ ਦੇਖ ਇਹ ਤੇ ਇਹ ਕੁਝ ਚੀਜ਼ਾਂ ਦੱਸੀ ਦੀ ਨਹੀਂ, ਅੰਡਰਸਟੂਡ ਹੀ ਹੁੰਦੀ ਮਿੱਤਰਾ। ਇਹ ਤੇ ਤੇਰੇ ਤਾਂ ਭਾਈ ਧੁੱਪ ਦੇ ਵਿੱਚ ਥੋੜਾ ਚਿੱਟੇ ਹੋਣੇ ਵਿੱਚ ਰਹਿ ਗਏ ਹੋਏ ਨਾ। ਹਾਂ ਫਿਰ ਤੂੰ ਗੱਲ ਕਰ। ਦੇਖੋ ਮੇਰੀ ਗੱਲ ਨੂੰ ਸੁਣ, ਇਹ ਕੋਈ ਅੱਜ ਨਹੀਂ ਮੈਂ ਕਰ ਰਿਹਾ ਸਰ, ਇਹ ਕੋਈ ਅੱਜ ਨਹੀਂ ਮੈਂ ਕਰ ਰਿਹਾ, ਇਹ ਸਾਲਾਂ ਦਾ ਕਰ ਰਿਹਾ, ਇਹ ਸਾਲਾਂ ਦਾ ਕਰ ਰਿਹਾ, ਕਿਉਂਕਿ ਕਿਸੇ ਨੂੰ ਇਹ ਸਵਾਲ ਪੁੱਛਣੇ ਪੈਣੇ ਆ। ਉਹ ਉਦੋਂ ਵੀ ਪੁੱਛੇ ਸੀ, 3 ਸਾਲ ਪਹਿਲਾਂ ਵੀ ਪੁੱਛੇ ਸੀ, ਵਿਧਾਨ ਸਭਾ 'ਚ ਹਰ ਥਾਂ ਤੇ ਪੁੱਛੇ। ਬਸ ਐਡਵੋਕੇਟ ਜਨਰਲ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਜ਼ਿੰਮੇਦਾਰ ਹੈਗਾ, ਕਿਉਂਕਿ ਅਤੁਲ ਮੁੰਡਾ ਤੇ ਕਾਫੀ ਸਵਾਲ ਆ ਅੱਜ ਤੱਕ, ਕੋਈ ਚਕੋਲ ਵਾਸ਼ਿੰਗ ਦਾ ਕੇਸ ਹੋ ਗਏ, ਹੋਰ ਵੀ ਬਹੁਤ ਸਾਰੇ ਵੱਡੇ। ਭਾਈ ਜੀ ਮੈਂ ਤਾਂ ਕਹਿ ਚੁੱਕਿਆ, ਮੈਂ ਰੱਖ ਚੁੱਕਿਆ ਗੱਲ। ਸਰ ਤੁਹਾਨੂੰ ਇਹ ਵੀ ਵਿੱਚ ਬਹਿ ਕੇ ਵਧੀਆ ਲੜਾਈ ਹੋਈ ਭਾਈ ਐਮਐਲਏ ਹੈਗਾ ਮੈਂ, ਨਹੀਂ ਵਿੱਚ ਬਹਿ ਕੇ ਚੰਗੀ ਤਰ੍ਹਾਂ ਗੱਲ ਹੋ ਤੇਰੇ ਸਾਹਮਣੇ ਦੇਖ ਲੈ, ਤੇਰੇ ਸਾਹਮਣੇ ਹੈਗਾ। ਨਹੀਂ, ਜਿਹੜੀ ਸਰਕਾਰ ਗੁਰੂਆਂ ਦੇ ਨਾਂ ਤੇ ਨਹੀਂ ਸਰ ਗੱਲ ਕਰਦੀ। In 2017, the previous government was toppled and the new was made on 2 important issues. ਯੈਸ, And you feel that the failure of reaching at a point of justice, it has dented the reputation? ਇੱਕ ਗੱਲ ਨੂੰ ਬੜੇ ਧਿਆਨ ਨਾਲ ਸਮਝ ਲੈ। ਮੇਰਾ ਛੋਟੇ ਵੀਰ ਉਸ ਤੋਂ ਅਗਲੀ ਸਟੇਟਮੈਂਟ ਦੇਖ, ਉਹਦੇ 'ਚ ਜਵਾਬ ਹੈ। ਉਹ ਅੱਜ ਵੀ ਸਵਾਲ ਬਣ ਕੇ ਸਾਡੇ ਸਾਹਮਣੇ ਖੜੇ, ਉਹ 'ਚ ਜਵਾਬ ਹੈ। ਸਰ ਅੱਜ ਲੇਟੈਸਟ ਇੱਕ ਜੀ। ਇੰਟਰਵਿਊ ਦੇ ਵਿੱਚ ਕੋਲ ਵਿਜੇ ਪ੍ਰਤਾਪ ਨੇ ਕਿਹਾ ਕਿ ਮੈਂ ਸਿੱਧੂ ਸਾਹਿਬ ਨੂੰ ਅਪਰੋਚ ਕੀਤੀ 2019 ਚ ਜਦੋਂ ਮੇਰੇ ਤੇ ਸਾਰਾ ਕੁਝ ਬੜਾ ਪ੍ਰੈਸ਼ਰ ਕੋਈ ਲਾ ਰਿਹਾ, ਬਟ ਹੀ ਡਿਡ ਨਾਟ ਰਿਸਪੌਂਡ ਟੂ ਦੈਟ। ਭਾਈ ਜੀ ਉਹਨਾਂ ਨੂੰ ਅਖਤਿਆਰ ਹੈ, ਜੋ ਮਰਜ਼ੀ ਕਹੇ। ਬਟ ਯੂ ਮਸਟ ਕਲੈਰੀਫਾਈ ਔਨ ਦਿਸ। ਕੋਈ ਜ਼ਰੂਰੀ ਹੈ ਇਹ ਵੀ ਮੈਂ ਜਵਾਬ ਦੇ? ਇਜ਼ ਇਟ ਕੰਪਲਸਰੀ? ਨਹੀਂ ਥੈਂਕ ਯੂ। ਓਕੇ।